ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਬਾਦਸਤੂਰ ਜਾਰੀ ਹੈ। ਇਸੇ ਚੱਲ ਰਹੇ ਸੰਘਰਸ਼ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 16 ਫਰਵਰੀ ਭਾਵ ਕਿ ਅੱਜ ਦੇ ਦਿਨ ਦੇ ਲਈ ਵੱਡਾ ਤੇ ਅਹਿਮ ਸੱਦਾ ਦਿੱਤਾ ਗਿਆ ਸੀ, ਜਿਸ ਸੱਦੇ ਦੇ ਤਹਿਤ ਅੱਜ ਕਿਸਾਨਾਂ ਦੇ ਵੱਡੇ ਆਗੂ ਮੰਨੇ ਜਾਂਦੇ ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਇਹ ਦਿਹਾੜਾ ਮਨਾਇਆ ਜਾਣਾ ਹੈ। ਤੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੇਸ਼ ਵਿਆਪੀ ਪੱਧਰ ਦੇ ਉੱਤੇ ਸਮਾਗਮ ਕੀਤੇ ਜਾਣੇ ਨੇ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਕਲਪ ਲਿਆ ਜਾਣਾ ਹੈ। ਦੱਸ ਦਈਏ ਕਿ ਸਰ ਛੋਟੂ ਰਾਮ ਕਿਸਾਨਾਂ ਦੇ ਵੱਡੇ ਤੇ ਅਹਿਮ ਆਗੂ ਇਸ ਕਰਕੇ ਮੰਨੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਦੀ ਹਕੂਮਤ ਦੇ ਸਮੇਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ 22 ਦੇ ਕਰੀਬ ਕਾਨੂੰਨ ਪਾਸ ਕਰਵਾਏ ਸੀ ਤਾਂ ਜੋ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੰਗੁਲ ਦੇ ਵਿੱਚੋਂ ਕਢਵਾਇਆ ਜਾ ਸਕੇ। ਇਸ ਕਰਕੇ ਸਰ ਛੋਟੂ ਰਾਮ ਨੂੰ ਕਿਸਾਨਾਂ ਦੇ ਅਹਿਮ ਆਗੂ ਦੇ ਤੌਰ ਦੇ ਉੱਤੇ ਸਦਾ ਹੀ ਯਾਦ ਕੀਤਾ ਜਾਂਦਾ ਹੈ। ਉਧਰ ਕਿਸਾਨ ਜਥੇਬੰਦੀਆਂ ਦੇ ਵੱਲੋਂ 16 ਫਰਵਰੀ ਤੋਂ ਬਾਅਦ 18 ਫਰਵਰੀ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਗਿਆ ਹੋਇਆ, ਜਿਸ ਦੇ ਤਹਿਤ 18 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਪੂਰੇ ਮੁਲਕ ਦੇ ਵਿੱਚ ਦੇਸ਼ ਵਿਆਪੀ ਪੱਧਰ ਦੇ ਉੱਤੇ ਹੀ ਰੇਲ ਰੋਕੂ ਅੰਦੋਲਨ ਕਰਨਗੀਆਂ। ਦੱਸਦੀ ਕਿ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੂ ਐਕਸ਼ਨ ਜਿਹੜਾ ਪੂਰੇ ਦੇਸ਼ ਦੇ ਵਿੱਚ ਕੀਤਾ ਜਾਣਾ ਹੈ, ਜਿਸ ਦੇ ਚੱਲਦਿਆਂ ਰੇਲਾਂ ਰੋਕੀਆਂ ਜਾਣਗੀਆਂ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੌਦੀਪ ਕੌਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਵੱਖੋ ਵੱਖਰੇ ਸਿਆਸੀ ਪ੍ਰਤੀਕਰਮ ਵੀ ਨੇ ਤੇ ਇਸ ਦੇ ਵਿੱਚ ਸਮਾਜਿਕ ਪ੍ਰਤੀਕਰਮ ਵੀ ਆਉਂਦੇ ਨੇ। ਉਧਰ ਨੌਦੀਪ ਕੌਰ ਦੇ ਇੱਕ ਹੋਰ ਕੇਸ ਦੇ ਵਿੱਚ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ। ਦੱਸਦੀਏ ਕਿ 2 ਕੇਸਾਂ ਦੇ ਵਿੱਚੋਂ ਨਵਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ। ਨੌਦੀਪ ਦੇ ਇਸ ਕੇਸ ਦੇ ਵਿੱਚੋਂ ਕੁਝ ਕੇਸ ਬਾਕੀ ਰਹਿ ਗਏ ਨੇ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ। ਕਿਸ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਹੈ ਤੇ ਅਗਲੇ ਕੇਸਾਂ ਦੇ ਵਿੱਚ ਕੀ ਪੈਰਵਾਈ ਹੋਏਗੀ, ਇਸ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਤੇ ਉਧਰ ਨੌਦੀਪ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਸਿਆਸੀ ਹਮਾਇਤ ਜਾਣੀ ਸ਼ੁਰੂ ਹੋ ਚੁੱਕੀ ਹੈ, ਉਸ ਦੇ ਵੱਲ ਵੀ ਰੁਖ ਕਰਾਂਗੇ। ਨੌਦੀਪ ਕੌਰ ਦੀ ਅੱਜ ਦੂਜੇ ਕੇਸ ਤੋਂ ਵੀ ਜ਼ਮਾਨਤ ਹੋ ਗਈ। FIR ਨੰਬਰ 26 ਜੋ ਕਿ 2021 ਦੀ ਸੀ, ਜਿਸ ਦੇ ਅੰਦਰ ਉਹਦੀ ਅੱਜ ਜ਼ਮਾਨਤ ਲੱਗੀ ਹੋਈ ਸੀ। ਸੈਸ਼ਨ ਕੋਰਟ ਨੇ ਉਹ ਵੀ ਉਹਦੀ ਜ਼ਮਾਨਤ ਐਕਸੈਪਟ ਕਰ ਲਈ। ਜਤਿੰਦਰ ਕੁਮਾਰ ਜੀ ਉਹਨਾਂ ਦੇ ਐਡਵੋਕੇਟ ਅੱਜ ਅਪੀਅਰ ਹੋਏ ਸੀ ਔਰ ਹੁਣ ਨੌਦੀਪ ਕੌਰ ਦੀ ਇੱਕ ਬੇਲ ਮੈਟਰ ਜਿਹੜਾ ਹੈ FIR ਨੰਬਰ 25 ਜਿਹੜੀ ਕਿ ਕੱਲ ਹਾਈ ਕੋਰਟ ਹੀਅਰਿੰਗ 'ਚ ਮੋਸਟ ਪ੍ਰੋਬਬਲੀ ਆਊਗੀ। ਅੱਜ ਉਹ ਵੀ ਸਾਡੀ ਹਾਈ ਕੋਰਟ ਨੇ ਐਪਲੀਕੇਸ਼ਨ ਐਕਸੈਪਟ ਕਰ ਲਈ ਆ ਔਰ ਮੈਕਸਿਮਮ ਕੱਲ ਆ ਜਾਏਗੀ, ਨਹੀਂ ਤਾਂ ਪਰਸੋਂ ਆਏਗੀ। ਔਰ ਪਰਸੋਂ ਮਹਾਰਾਜ ਨੇ ਕਿਰਪਾ ਰੱਖੀ ਤੇ ਉਸ ਦੇ ਅੰਦਰ ਵੀ ਜ਼ਮਾਨਤ ਹੋਏਗੀ ਔਰ ਫਿਰ ਨੌਦੀਪ ਕੌਰ ਕਰਨਾਲ ਜੇਲ੍ਹ ਤੋਂ ਬਹੁਤ ਜਲਦੀ ਰਿਹਾ ਹੋਊਗੀ। ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਆ ਕਿ ਨੌਦੀਪ ਕੌਰ ਦੇ ਕੇਸ ਦੀ ਅਪਡੇਟ ਆ ਕਿ ਜਿਹੜੀ ਦੂਜੀ FIR ਸੀ ਉਹਦੇ 'ਚ ਵੀ ਅੱਜ ਉਹਦੀ ਜ਼ਮਾਨਤ ਹੋ ਗਈ ਔਰ ਹੁਣ ਤੀਜੀ FIR ਦੀ ਜ਼ਮਾਨਤ ਜਿਹੜੀ ਆ ਪੰਜਾਬ ਅਤੇ ਹਰਿਆਣਾ ਕੋਰਟ ਨੇ ਉਹ ਅੱਜ ਐਪਲੀਕੇਸ਼ਨ ਉੱਤੇ ਐਕਸੈਪਟ ਹੋ ਗਈ ਆ ਔਰ ਕੱਲ ਨਹੀਂ ਤੇ ਪਰਸੋਂ ਹੀਅਰਿੰਗ 'ਚ ਆਊਗੀ ਔਰ ਨੌਦੀਪ ਕੌਰ ਬਹੁਤ ਜਲਦੀ ਸਾਡੇ ਵਿੱਚ ਆਊਗੀ। ਇਹ ਸਾਰੀ ਅਪਡੇਟ ਦੇਣੀ ਆਪ ਸੰਗਤਾਂ ਨੂੰ ਜ਼ਰੂਰੀ ਸੀ ਕਿ ਉਸ ਵੇਲੇ ਦੇ ਮੈਸੇਜ ਆ ਰਹੇ ਸੀ। ਉਧਰ ਟੂਲਕਿਟ ਮਾਮਲਾ ਵੀ ਲਗਾਤਾਰ ਸੁਰਖੀਆਂ ਦੇ ਵਿੱਚ। ਇਸ ਮਾਮਲੇ ਦੇ ਵਿੱਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਵੱਡੀਆਂ ਸੁਰਖੀਆਂ ਦੇ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਅਹਿਮ ਖੁਲਾਸੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੇ ਨੇ। 4 फरवरी 2021 को सोशल मीडिया मॉनिटरिंग के दौरान एक गूगल डॉक्यूमेंट टूलकिट के बारे में पता लगा जो ट्विटर पर शेयर किया गया था। इस टूलकिट के एक भाग में प्रायर एक्शन के नाम से कुछ एक्शन पॉइंट्स लिखे थे, जैसे 26 जनवरी और उससे पहले हैशटैग के द्वारा डिजिटल स्ट्राइक करना, 23 जनवरी से ट्वीट स्टॉर्म शुरू करना, 26 जनवरी को फिजिकल एक्शन। इसी डॉक्यूमेंट के दूसरे भाग में भारत के सांस्कृतिक धरोहर जैसे योग और चाय को हानि पहुंचाना और भारतीय दूतावास को टारगेट करने जैसे कार्य उल्लिखित है। इस टूल किट में दिए गए समयबद्ध एक्शन पॉइंट और कार्यक्रम को जब दिल्ली में घटित वास्तविक घटनाक्रम के परिप्रेक्ष्य में देखा गया तो बात प्रत्यक्ष रूप से दिखी कि दिए गए एक्शन प्लान को हुबहू निष्पादित किया गया और अमल में लाया गया। नॉन गवर्नमेंटल ऑर्गेनाइजेशंस, मीडिया हाउसेस जो हमारे आपके सबके संज्ञान में है, उनको फॉलो करने की बात करें। उन्हीं के बीच में एक अटपटा सा नाम दिखेगा आपको, दैट इज पीटर फैड।
सो अब आपका सवाल ये है कि पीटर फ्रेडरिक साहब कौन है। तो इंडियन सिक्योरिटी एस्टैब्लिशमेंट इनको जानता है 2005-6 साल से। इनका नाम उभरा था, एक भजन सिंह बिंडर साहब है, BS बिंडर एलियस इकबाल चौधरी, जो ISI के केतु ट्रस्ट के बहुत पुराने प्रोकुरेटर हैं, उनके साथी होने की वजह से इनका नाम 2006-7 से इंडियन सिक्योरिटी एजेंसीज के रडार पे रहा है। पीटर फ्रेडरिक साहब कई सारे ऑर्गेनाइजेशंस चलाते हैं BS बिंडर साहब के साथ, और BS बिंडर साहब खुद पहले कभी ड्रग्स की स्मगलिंग के लिए, कभी फायर आर्म की पेडलिंग के लिए काफ़ी लंबा इनका इतिहास था। एट वन पॉइंट ऑफ टाइम USDA के भी एक UI रहे थे BS बिंडर। खुद को कभी मलेशिया का बताते हैं, कभी बाकी कंट्रीज का बताते हैं। अब प्रश्न सिर्फ ये है कि पीटर फ्रेडरिक का नाम एज अ रिसोर्स पर्सन इस पर्टिकुलर टूल किट में क्यों डाला गया। क्या ये वो धारीवाल के कहने पर डाला गया, या दिशा निकिता एंड बाकी सबका इनसे कोई डायरेक्ट कनेक्शन भी है, एंड थ्रू इनके BS बिंडर से कोई डायरेक्ट कनेक्शन है। सो दैट इज अ मैटर ऑफ इन्वेस्टिगेशन which we expect to find out in the coming days। ਉਧਰ ਨੌਦੀਪ ਦੇ ਹੱਕ ਦੇ ਵਿੱਚ ਬੋਲਦਿਆਂ ਕਾਂਗਰਸ ਦੇ ਦਿੱਗਜ ਬੁਲਾਰੇ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਦੇ ਵੱਲੋਂ ਕਿਹਾ ਗਿਆ ਹੈ ਕਿ ਨੌਦੀਪ ਪੰਜਾਬ ਦੀ ਧੀ ਹੈ ਤੇ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਬਈ ਕੇਂਦਰ ਦੀ ਸਰਕਾਰ ਨੇ ਝੂਠੇ ਪਰਚੇ ਦਰਜ ਕਰਕੇ ਉਸ ਪੰਜਾਬ ਦੀ ਬੇਟੀ ਨੂੰ ਕਰਨਾਲ ਜੇਲ੍ਹ ਦੇ ਵਿੱਚ ਇਹ ਸੁੱਟਿਆ ਹੋਇਆ, ਔਰ ਹਾਈ ਕੋਰਟ ਤੇ ਸਾਨੂੰ ਪੂਰਾ ਭਰੋਸਾ ਹੈ 2 ਕੇਸਾਂ 'ਚ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਇੱਕ 'ਚ ਹੋਣ ਵਾਲੀ ਬਾਕੀ ਹੈ। ਔਰ ਇਹ ਜਿੰਨਾ ਵੀ ਅਧਿਕਾਰੀਆਂ ਨੇ ਇਹ ਝੂਠੇ ਪਰਚੇ ਦਰਜ ਕੀਤੇ ਹੈ ਉਹ ਡਿਸਮਿਸ ਹੋਣੇ ਚਾਹੀਦੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਔਰ ਜਿਹੜੀ ਹਰਿਆਣਾ ਸਰਕਾਰ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ, ਔਰ ਉਹਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਬਿਜਨੌਰ ਦੇ ਵਿੱਚ ਕਾਂਗਰਸ ਦੇ ਵੱਲੋਂ ਵੱਡੀ ਕਿਸਾਨ ਮਹਾਂ ਪੰਚਾਇਤ ਕੀਤੀ ਗਈ। ਇਸ ਮਹਾਂ ਪੰਚਾਇਤ ਦੇ ਵਿੱਚ ਖੁਦ ਕਾਂਗਰਸੀ ਆਗੂ ਪ੍ਰਿयंका ਗਾਂਧੀ ਪਹੁੰਚੇ ਨੇ। ਪ੍ਰਿयंका ਗਾਂਧੀ ਨੇ ਇਸ ਮੌਕੇ ਦੇ ਉੱਤੇ ਆਮ ਲੋਕਾਂ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਵੀ ਕੀਤੀਆਂ ਨੇ ਤੇ ਵੱਡੀ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਦੇ ਉੱਤੇ ਪ੍ਰਿयंका ਗਾਂਧੀ ਦਾ ਕਹਿਣਾ ਸੀ ਕਿ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ ਨਾਲ ਹੀ ਪ੍ਰਿयंका ਗਾਂਧੀ ਨੇ ਉਹਨਾਂ ਜਹਾਜ਼ਾਂ ਦੇ ਬਾਰੇ ਵੀ ਟਿੱਪਣੀ ਕੀਤੀ ਹੈ ਜਿਹੜੇ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੇ ਨੇ। और इस लड़ाई में कांग्रेस पार्टी का एक एक कार्यकर्ता आपके साथ खड़ा रहेगा। इस लड़ाई में हम आपके साथ हैं। मेरे भाई राहुल गांधी जी आपके साथ हैं, जिन्होंने संसद में किसानों की बात की, जिन्होंने संसद में कहा कि 2 मिनट मौन आप किसान के लिए रखिए जो शहीद हुआ है। और जितने भी सरकारी नेता थे, जो सरकार के नेता थे, सब अपनी जगह बैठे रहे, मजाक उड़ाते रहे, लेकिन विपक्ष का एक एक सांसद खड़ा हुआ और 2 मिनट का मौन उन्होंने रखा। राहुल गांधी आपके साथ है, कांग्रेस पार्टी का एक एक नेता आपके साथ है, एक एक कार्यकर्ता आपके साथ है, और मैं आपको आज यहाँ कहने आई हूँ कि मैं आपका साथ नहीं छोड़ूंगी। जब जब आप संकट में होंगे मैं आपके पास आऊंगी, और मेरी जान मेरा घर आप है। ਉਧਰ ਟੂਲਕਿਟ ਮਾਮਲੇ ਦੇ ਵਿੱਚ ਹੀ ਵਿਦਿਆਰਥੀ ਸੰਗਠਨ ਵੀ ਹੁਣ ਦਿਸ਼ਾ ਰਵੀ ਅਤੇ ਨੌਦੀਪ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ ਨੇ। ਇਹਨਾਂ ਵਿਦਿਆਰਥੀ ਸੰਗਠਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਵਿਦਿਆਰਥੀ ਸੰਗਠਨ ਪੰਜਾਬ ਭਵਨ ਅਤੇ ਹਰਿਆਣਾ ਭਵਨ ਦਾ ਘਿਰਾਓ ਕਰਨ ਦੀ ਲਈ ਚਾਲੇ ਪਾ ਕੇ ਗਏ ਸਨ, ਜਿਸ ਦੇ ਲਈ ਇਹਨਾਂ ਨੂੰ ਪਹਿਲਾਂ ਹੀ ਰੋਕ ਲਿਆ ਗਿਆ ਹੈ ਤੇ ਬੈਰੀਗੇਟਿੰਗ ਕਰ ਦਿੱਤੀ ਗਈ ਸੀ, ਜਿੱਥੇ ਇਹਨਾਂ ਬੈਰੀਗੇਟਿੰਗ ਦੇ ਕੋਲ ਖੜ ਕੇ ਹੀ ਨਾਅਰੇਬਾਜ਼ੀ ਕੀਤੀ ਹੈ ਤੇ ਨੌਦੀਪ ਕੌਰ ਤੇ ਸਮੇਤ ਦਿਸ਼ਾ ਰਵੀ ਨੂੰ ਵੀ रिहा करने की मांग की है। यहाँ हम लोग हरियाणा भवन पे इसलिए आए हैं कि आप सबको पता होगा कि पिछले 1 महीने से नवदीप कौर और शिव कुमार जो किसान आंदोलन के समर्थन में सिंघू बॉर्डर पे किसानों के साथ आंदोलन में शामिल थे, इन लोगों को बिना कोई आरोप के, बिना कोई तथ्यगत आरोप के इन लोगों को उठा लिया गया और आज तक उनको जेल में बंद करके रखा हुआ है। पूरे देश और पूरे दुनिया में ये सवाल खड़ा हो रहा है कि इस तरह से छात्र युवाओं को दबाना नहीं चलेगा। ये शेमफुल है हमारे दिल्ली सरकार, देश की सरकार और हरियाणा सरकार के लिए
पुलिस के कस्टडी के अंदर उसके साथ वायलेंस हो रहा है, हम उसी के खिलाफ आज यहाँ आए हैं। और हम ये मांग करते हैं कि नवदीप कौर को अविलंब रिहा करना होगा, शिव कुमार को अविलंब रिहा करना होगा। और किसान आंदोलन के समर्थन में देश और दुनिया की जो हस्तियां सामने आई हैं उन पे भी दमन बढ़ा है। हमने देखा कि कल किस तरह से एक पर्यावरण एक कार्यकर्ता को कल बेंगलुरु पुलिस ने उठाई है। हम उसका भी घोर निंदा करते हैं अपने इस प्रोटेस्ट से, और ये मांग करते हैं कि उसकी भी रिहाई हो और किसानों की आवाज को सुना जाए, तीनों कृषि बिल वापस लिया जाए। इसी डिमांड के साथ हम आ जाए। ਉਧਰ ਟੂਲਕਿਟ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਦਿਸ਼ਾ ਰਫੀ ਦੇ ਹੱਕ ਦੇ ਵਿੱਚ ਹੁਣ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਲਗਾਏ ਗਏ ਰਾਘਵ ਚੱਡਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਨ੍ਹਾਂ ਨੇ ਦਿਸ਼ਾ ਰਫੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਤੇ ਨਾਲ ਹੀ ਭਾਜਪਾ ਸਰਕਾਰ ਦੇ ਉੱਤੇ ਕਰੜੇ ਸ਼ਬਦ ਹੀ ਵਾਰ ਕੀਤੇ ਨੇ। आज आम आदमी पार्टी देश के सारे युवाओं से अपील करती है कि आप एकजुट हो जाइए और मिलकर एक स्वर में भारतीय जनता पार्टी की जो कोशिशें हैं इस देश में लोकतंत्र को समाप्त करने की, डिसेंट को सप्रेस करने की, उसके खिलाफ आवाज बुलंद करिए। हम अपील करते हैं आज देश के युवाओं को, द यूथ ऑफ इंडिया को, कि आप एक स्वर में साथ आकर और स्ट्रांग तरीके से, मजबूती से भाजपा सरकार को जवाब दें और उन्हें अपनी ताकत का एहसास दिलाएं। आज हम इस लोकतंत्र में बाबा साहब द्वारा दिए गए संविधान जिस देश में लागू है, इस देश में हर व्यक्ति को शांतिपूर्ण तरीके से विरोध दर्ज कराने की आज़ादी है। लेकिन आज एक 21 साल की बच्ची, एक 21 साल की भारत की बेटी दिशा रवि को अरेस्ट कर भाजपा सरकार ने यह दिखा दिया है कि ये सरकार कितनी डरी हुई है, कितनी घबराई हुई है, जो एक 21 साल की बालिका से डरती है, घबराती है, उसे अरेस्ट कर लेती है। क्या हमारा भारत इतना कमज़ोर है? क्या भारत के प्रधानमंत्री, प्रचंड बहुमत की सरकार भारतीय जनता पार्टी की इतनी कमज़ोर है कि वो एक 21 साल की भारत की बेटी से डर गए और 21 साल की भारत की बेटी को इसलिए अरेस्ट कर लिया क्योंकि वो 3 काले कानूनों का विरोध कर रही थी? आज ये दिन देखना पड़ेगा इस देश को। ਉਧਰ ਲਗਾਤਾਰ ਮਹਿੰਗਾਈ 7ਵੇਂ ਅਸਮਾਨ ਦੇ ਉੱਤੇ ਪਹੁੰਚ ਚੁੱਕੀ ਹੈ। ਗੱਲ ਭਾਰਤ ਦੀ ਕਰੀਏ ਤਾਂ ਭਾਰਤ ਦੇ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਡੀਜ਼ਲ, ਪੈਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਆਮ ਲੋਕਾਂ ਦੀ ਜੇਬ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਡੀਜ਼ਲ 81 ਰੁਪਏ ਅਤੇ ਪੈਟਰੋਲ ਦੀਆਂ ਕੀਮਤਾਂ 90 ਰੁਪਏ ਤੋਂ ਪਾਰ ਹੋ ਚੁੱਕੀਆਂ ਨੇ, ਜਿਸ ਦੇ ਚੱਲਦਿਆਂ ਹੁਣ ਆਮ ਲੋਕ ਕਾਫੀ ਚਿੰਤਾ ਦੇ ਵਿੱਚ ਨੇ ਕਿਉਂਕਿ ਲਗਾਤਾਰ ਇਹ ਵੱਧ ਰਹੀ ਮਹਿੰਗਾਈ ਆਮ ਲੋਕਾਂ ਦੀ ਜੇਬ ਦੇ ਉੱਤੇ ਬਹੁਤ ਵੱਡਾ ਅਸਰ ਛੱਡ ਕੇ ਜਾ ਰਹੀ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰਨ ਦੇ ਲਈ ਟੇਬਲ ਦੇ ਉੱਤੇ ਸਿਲੰਡਰ ਰੱਖ ਕੇ ਕਾਂਗਰਸੀ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਭਾਜਪਾ ਦੇ ਉੱਤੇ ਗੰਭੀਰ ਟਿੱਪਣੀਆਂ ਕੀਤੀਆਂ ਨੇ। मैं सबसे पहले तो मोदी जी को और उनकी तमाम महिला नेत्रियों को ये याद दिलाना चाहती हूँ कि सरकार बनने से 7 साल पहले यही सिलेंडर को लेकर आप सड़कों पर उतरते थे। आज आप कहाँ हैं? 175 रुपये पिछले 2 महीने में ये दाम बढ़ गए हैं सिलेंडर के। जो 594 का सिलेंडर था आज 769 का बिक रहा है। फरवरी में आपने 4 तारीख को दाम बढ़ाया, 15 को बढ़ाया, दिसंबर में 2 बार बढ़ाया। आप किस तरह की अनैतिकता कर रहे हैं? और आप ये करने पर मजबूर नहीं है, आप मुनाफाखोरी कर रहे हैं, इसलिए आप ये कर रहे हैं। आपने एक्साइज ड्यूटी पर 24 लाख करोड़ रुपए कमा लिए। अब तो आम जनता को थोड़ी राहत दीजिए। आपने एक्साइज ड्यूटी डीजल पर हमारी सरकार के दौरान 3.5 रुपए की थी, उसको 33 रुपए कर दिया। हमारी सरकार के दौरान एक्साइज ड्यूटी पेट्रोल पर 9 रुपए की थी, उसको 32 रुपए कर दिया। इसी को वापस ले लीजिए तो लोगों के अंदर राहत आ जाएगी। आप ऐसा नहीं कर रहे हैं और उसी का परिणाम है कि लॉकडाउन में देश में 100 पूंजीपतियों की आय इतनी बढ़ी है जिससे कि 14 करोड़ भारतीयों को 94,000 रुपए प्रति व्यक्ति दिया जा सकता है। इस खाई को बढ़ाने वाले आप हैं क्योंकि हम दो और हमारे दो की सरकार आप चलाते हैं। इसके बारे में जब हम रणनीति बनाएंगे और जब फाइनल डिसीजन होगा आपको कन्वे किया जाएगा। मुझे लगता है किसान अभी तक बहुत ही गांधीवादी तरीके से और शांतिपूर्ण तरीके से अपना प्रदर्शन कर रहे हैं। 200 लगभग किसानों की शहादत हो चुकी है और मोदी जी
कि आंख उनके बारे में नम नहीं होती है, एक शब्द श्रद्धांजलि का, संवेदना का, सहानुभूति का उनके परिवारों के बारे में नहीं निकलता है। उधर पंजाब ਦੇ ਵਿੱਚ ਬੀਤੇ ਦਿਨੀ ਹੋਈਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਪ੍ਰਤੀਕਰਮ ਸੀ, ਜਿਸ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ, ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਦਰਮਿਆਨ ਧਾਂਦਲੀ ਹੋਈ ਹੈ, ਜਿਸ ਨੂੰ ਲੈ ਕੇ ਖੁਦ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦੇ ਵੱਲੋਂ ਜਵਾਬ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਜਿੱਤਦਾ ਵੇਖ ਅਜਿਹੇ ਇਲਜ਼ਾਮ ਵਿਰੋਧੀ ਧਿਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਨੇ 2017 ਤੋਂ ਪਹਿਲਾਂ ਲੁੱਟੀਆਂ ਜਾਂਦੀਆਂ ਰਹੀਆਂ, ਉੱਥੇ ਅਧਿਕਾਰ ਨਹੀਂ ਦਿੱਤੇ ਜਾਂਦੇ ਰਹੇ, ਪਰ ਹੁਣ ਵੀ ਉਹ ਮਾਹੌਲ ਪੈਦਾ ਕਰਨਾ ਚਾਹੁੰਦੇ ਸੀ। ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਦੇਖੋ ਕਿ ਜਿੰਨੀਆਂ ਵੀ ਇਲੈਕਸ਼ਨ 2017 ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਦੇ ਹੇਠ ਹੋਈਆਂ ਨੇ, ਸਾਰੀਆਂ ਸ਼ਾਂਤੀ ਦੇ ਨਾਲ, ਚਾਹੇ ਉਹ ਬਾਈ ਇਲੈਕਸ਼ਨ ਹੋਵੇ ਗੁਰਦਾਸਪੁਰ ਤੋਂ ਸ਼ੁਰੂ ਹੋਈਆਂ, ਜਿੰਨੀਆਂ ਬਾਈ ਇਲੈਕਸ਼ਨ ਨੇ ਸਾਰੀਆਂ ਤੁਸੀਂ ਦੇਖ ਸਕਦੇ ਜੇ ਐਮਐਲਏ ਹੋਈਆਂ, ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਵੱਡੇ ਸ਼ਹਿਰਾਂ ਦੇ ਵਿੱਚ ਹੋਈਆਂ, ਜਿਹੜੀਆਂ ਪਟਿਆਲੇ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਦੇ ਵਿੱਚ, ਉਹਦੇ ਨਾਲ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਔਰ ਨਾਲ ਦੀ ਨਾਲ ਸਰਪੰਚਾਂ ਦੀਆਂ ਇਲੈਕਸ਼ਨ। ਇਹ ਲੋਕ ਫੈਸਲਾ ਕਰਨ ਵੀ ਕਿਤੇ ਵੀ ਉਹਨਾਂ ਨੇ ਕੋਈ ਇਹੋ ਜਿਹੀ ਸਰਕਾਰ ਵੱਲੋਂ ਕੋਈ ਮਤਲਬ ਕਾਰਵਾਈ ਕੀਤੀ ਗਈ ਹੋਵੇ ਜਿਹੜੀ ਮਤਲਬ ਗੈਰ ਕਾਨੂੰਨੀ ਹੋਵੇ, ਕਿਤੇ ਵੀ ਨਹੀਂ ਹੈਗਾ। ਸਰਕਾਰ ਨੇ ਪੂਰਾ ਮੌਕਾ ਦਿੱਤਾ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ, ਪ੍ਰਚਾਰ ਕਰਨ ਦਾ, ਔਰ ਕਿਸੇ ਦਾ ਪੇਪਰ ਜਿਹੜੇ ਆ ਉਹ ਰਿਜੈਕਟ ਨਹੀਂ ਕੀਤੇ ਗਏ, ਜਦ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪੇਪਰ ਜਿਹੜੇ ਸੀ ਉਹ ਦਾਖਲ ਹੀ ਨਹੀਂ ਕਰਨ ਦਿੱਤੇ ਜਾਂਦੇ ਸੀ। ਉਹ ਬੜਾ ਵੱਡਾ ਇੱਕ ਧੱਕਾ ਸੀ ਜਿਹੜਾ ਲੋਕਤੰਤਰ ਦੇ ਨਾਲ ਕੀਤਾ ਜਾਂਦਾ ਸੀ, ਪਰ ਕੈਪਟਨ ਸਾਹਿਬ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਕਰਾਈਆਂ ਨੇ। ਤੇ ਹੁਣ ਜਿਹੜੀ ਆਰੋਪ ਦੀ ਗੱਲ ਹੈ, ਉਹਨਾਂ ਨੂੰ ਪਤਾ ਇਲੈਕਸ਼ਨ ਉਹਨਾਂ ਨੇ ਹਾਰਨੀ ਆ, ਇਸ ਕਰਕੇ ਆਰੋਪ ਲਾ ਰਹੇ ਨੇ, ਕਿਉਂਕਿ ਕਹਿ ਦੇਣਗੇ ਜੀ ਇਸ ਕਰਕੇ ਇਲੈਕਸ਼ਨ ਹਾਰ ਗਏ ਆ, ਕਿ ਇੱਥੇ ਧੱਕਾ ਹੋਇਆ, ਪਰ ਲੋਕਾਂ ਨੂੰ ਤਾਂ ਪਤਾ ਨਾ ਉਹਨਾਂ ਧੱਕੇ ਨਾਲ ਵੋਟ ਪਾਈ ਨਹੀਂ, ਉਹਨਾਂ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸੋ ਜਿਹੜੇ ਆਰੋਪ ਜਿਹੜੀ ਕੋਈ ਮਾਰਕਟਾਈ ਦੀ ਵੀ ਗੱਲ ਤੁਸੀਂ ਕਰਦੇ ਹੋ, ਉਹ ਇਸ ਕਰਕੇ ਹੈ ਕਿਉਂਕਿ ਸੁਖਬੀਰ ਬਾਦਲ ਹੋਣਾ ਜਦੋਂ ਦੀ ਪੰਜਾਬ ਦੇ ਵਿੱਚ ਇਲੈਕਸ਼ਨ ਸ਼ੁਰੂ ਹੋਈ ਹੈ, ਉਹਨਾਂ ਦੇ ਤੁਸੀਂ ਭਾਸ਼ਣ ਕੱਢ ਕੇ ਦੇਖ ਲਓ, ਇੰਨੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਉਧਰ ਵਧੀਆਂ ਗੈਸ ਕੀਮਤਾਂ ਨੂੰ ਲੈ ਕੇ ਭਾਜਪਾ ਆਗੂ ਨੇ ਵੀ ਪ੍ਰਤੀਕਰਮ ਦਿੱਤਾ। ਭਾਜਪਾ ਆਗੂ ਦਾ ਕਹਿਣਾ ਹੈ ਕਿ ਜੋ ਘਰੇਲੂ ਗੈਸ ਹੈ ਉਹ ਲਗਾਤਾਰ ਸਬਸਿਡੀ ਦੇ ਉੱਤੇ ਮਿਲ ਰਹੀ ਹੈ। ਕੈਪਟਨ ਸਾਹਿਬ, ਲਾਅ ਐਂਡ ਆਰਡਰ ਸਮੇਟੋ, ਲੋਕਾਂ ਨੂੰ ਨਸੀਹਤ ਨਾ ਦਿਓ। ਬਹੁਤ ਨਸੀਹਤਾਂ ਦੇਤੀਆਂ, ਆਪਣਾ ਰਾਜ ਸਾਡੇ ਕੋਲ ਸਮੇਟਿਆ ਨਹੀਂ ਜਾ ਰਿਹਾ। ਔਰ ਕੈਪਟਨ ਸਾਹਿਬ, ਤੁਸੀਂ ਕਹਿ ਰਹੇ ਹੋ ਬੀਜੇਪੀ ਨੂੰ ਹਰਿਆਣਾ ਔਰ ਦਿੱਲੀ 'ਚ ਰਾਜ ਨਹੀਂ ਕਰਨ ਦਾ ਅਧਿਕਾਰ ਰਿਹਾ। ਸੌਂ ਚੁੱਕੀ ਸੀ ਤੁਸੀਂ ਬਠਿੰਡਾ ਦੇ ਅੰਦਰ ਗੁਟਕਾ ਸਾਹਿਬ ਹੱਥ 'ਚ ਲੈ ਕੇ, ਭੁੱਲ ਗਏ? 4 ਹਫ਼ਤਿਆਂ 'ਚ ਨਸ਼ਾ ਖਤਮ ਹੋ ਜਾਏਗਾ। ਕੈਪਟਨ ਸਾਹਿਬ, ਖਤਮ ਨਹੀਂ ਹੋਇਆ। ਤੁਸੀਂ 90,000 ਕਰੋੜ ਦਾ ਕਿਸਾਨੀ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ, ਅੱਜ ਤੁਸੀਂ ਕਿਸਾਨਾਂ ਦੇ ਹਮਦਰਦ ਬੰਦੇ ਪਏ ਹੋ, ਕਿਉਂ ਨਹੀਂ ਕੀਤਾ ਕਰਜ਼ਾ ਮਾਫ? ਹਰ ਘਰ ਨੌਕਰੀ ਦਾ ਵਾਅਦਾ ਤੁਸੀਂ ਮੈਨੀਫੈਸਟੋ 'ਚ ਕੀਤਾ, ਭੁੱਲ ਗਏ? ਕਰੋ ਮੈਨੀਫੈਸਟੋ 'ਚ ਮਾਫ, ਹਰ ਘਰ ਨੌਕਰੀ ਦਿਓ। ਆਪਣੀ ਮੰਜੀ ਥੱਲੇ ਸੋਟਾ ਮਾਰੀਏ, ਅਸੀਂ ਉਹ ਹੀ ਹਾਂ। ਭਾਰਤੀ ਜਨਤਾ ਪਾਰਟੀ ਕੈਪਟਨ ਸਾਹਿਬ, ਨਾ ਡਰਨ ਵਾਲੀ ਹੈ ਨਾ ਰੁਕਣ ਵਾਲੀ। ਦਿਸ਼ਾ ਜਿਹੜੀ ਉਹ ਫੜੀ ਗਈ ਹੈ ਕਾਂਗਰਸੀ। ਐਸਾ ਕਿ ਦੁਖਦ ਹੈ ਕਿ ਅੱਜ ਕਾਂਗਰਸ ਪਾਰਟੀ ਦੇਸ਼ ਦੇ ਅੰਦਰ ਛੜਯੰਤਰ ਰਚਣ ਵਾਲੇ, ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ ਛੜਯੰਤਰ ਕਰਨ ਵਾਲਿਆਂ ਦੇ ਨਾਲ ਖੜੀ। ਔਰ ਕਪਿਲ ਸਿੱਬਲ ਜੀ, ਰਾਹੁਲ ਗਾਂਧੀ ਜੀ, ਇਹ 21 ਸਾਲ ਔਰ ਮਹਿਲਾ ਦਾ ਕੀ ਲੌਜਿਕ ਤੁਸੀਂ ਰੱਖਿਆ? जेंडर कोई भी अगर महिला है तो वो अपराध कर सकती है, और ये उम्र छोटी है तो वो उम्र और जेंडर नहीं, और ये अपराध की गहराई की है। और देश के खिलाफ षड्यंत्र कर रही, तो सपोर्ट कर रहे हो, दुर्भाग्यपूर्ण। जोड़ा रसोई गैस है और तो सबसिडी मिल रही है गरीब नूं, और जोड़ा रेट है पेट्रोल इंटरनेशनल मार्केट से घटेगा तो घट रहा, वध रहे तो वध रहे। सरकार है कोई हस्तक्षेप ही नहीं कर रही, मार्केट दाम ਤੇ ਚੀਜ਼ਾਂ ਮਿਲ ਰਹੀਆਂ, ਇੰਟਰਨੈਸ਼ਨਲ ਰੇਟ ਤੇ ਚੀਜ਼ਾਂ ਮਿਲ ਰਹੀਆਂ। ਪੰਜਾਬ ਇਸ ਵੇਲੇ ਦੇ ਵਿੱਚ ਰੁਕ ਕਰਾਂਗੇ ਹੁਣ ਦੇ ਤਾਜ਼ਾ ਤੇ ਖਾਸ ਸਿਆਸੀ ਬਿਆਨਾਂ ਤੇ ਵੱਲ। ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਦੀ 4 ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹਦਾ ਲੇਖਾ ਜੋਖਾ ਲੋਕੀ ਕਰਨਗੇ, ਔਰ ਇਸ ਗੱਲ ਦਾ ਵੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਨਤਾ ਇਸ ਸਰਕਾਰ ਦੀ ਨੌਨ ਗਵਰਨੈਂਸ ਕਰਕੇ, ਪੂਅਰ ਪਰਫਾਰਮੈਂਸ ਕਰਕੇ, ਥੱਲੇ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਕਰਕੇ, ਵੱਡੇ ਸਕੈਂਡਲ ਕਰਕੇ, ਔਰ ਵਾਅਦੇ ਨਾ ਪੂਰੇ ਕਰਨ ਕਰਕੇ ਬਹੁਤ ਬੁਰੀ ਹਾਲਤ ਹੈ। ਇਸੇ ਲਈ ਸਰਕਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੰਨਾ ਡਰ ਰਹੀ ਸੀ
ਕਿ ਉਹਨਾਂ ਨੇ ਸਾਰੇ ਨਿਯਮਾਂ ਦੀਆਂ ਕਾਨੂੰਨਾਂ ਦੀਆਂ ਧੱਜੀਆਂ ਉਡਾਤੀਆਂ ਤੇ ਇੱਕੋ ਹੀ ਮਕਸਦ ਰੱਖਿਆ ਕਿ ਕਿਸੇ ਤਰੀਕੇ ਭਾਵੇਂ ਡਾਂਗਾ ਮਾਰ ਕੇ, ਭਾਵੇਂ ਬੂਥ ਕੈਪਚਰਿੰਗ ਕਰਕੇ, ਭਾਵੇਂ ਨੋਮੀਨੇਸ਼ਨ ਰੱਦ ਕਰਕੇ, ਭਾਵੇਂ ਵੋਟਾਂ ਗਲਤ ਤਰੀਕੇ ਨਾਲ ਸ਼ਿਫਟ ਕਰਕੇ ਇਲੈਕਸ਼ਨਾਂ ਜਿੱਤੀਆਂ ਜਾਣ। ਪਰ ਫਿਰ ਵੀ ਮੈਂ ਸਮਝਦਾ ਕਿ ਜਿੰਨਾ ਲੋਕਾਂ ਦਾ ਰੋਹ ਸੀ, ਇਹਨਾਂ ਦੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿੱਥੇ ਕਿਤੇ ਵੀ ਫੇਰ ਇਲੈਕਸ਼ਨ ਹੋਈ है ਉੱਥੇ ਕਾਂग्रेस ਨੂੰ मार खानी पड़ेगी। ये प्रदर्शन पूरे देश में फैलेगा, तब इसकी आवाज में बहुत मजबूती आएगी। अभी शुरुआत हुई है। आप ये मत गिनिए कि 80 दिन हुए हैं, हिस्ट्री पढ़िए। साउथ अफ्रीका को आज़ाद करने के लिए 28 साल लगे थे। 28 साल नेल्सन मंडेला जेल में रहे थे। सवाल ये है सर कि पिछले 23 दिनों से वार्ता रुकी हुई है, उस पर बात करना। वार्ता इधर से नहीं बंद की गई। संयुक्त किसान मोर्चे के लीडरों ने सब ने यही कहा है, हम वार्ता के लिए हर वक्त तैयार हैं, लेकिन वार्ता फॉर वार्ता ओनली, ये तो मजाक है। आप जाकर बैठते हैं, आप वही बात दोहराने लगते हैं जो पिछले 11-12 बार में आपने, तब भी मैं दाद देता हूँ इस लीडरशिप की समझदारी को कि इन्होंने अपनी तरफ से ये कहकर वार्ता को बंद नहीं किया कि साहब कोई नई बात तो होती नहीं, इसलिए कि अगर इधर से बंद कर देते तो वो बदनाम करते कि देखिए ये लोग बातचीत करने को तैयार हैं। मौलाना साहब आखिरी सवाल है, आखिरी सवाल 18 तारीख को रैली रोकी जानी है, आप उसकी हिमायत करोगे? इसी के साथ जोड़ के सवाल है, इसी के साथ मौलाना जी, इसी के साथ जोड़ के सवाल है कि आपने कहा मैं आंदोलन में हिस्सा लेता रहूं, हिस्सा लेते रहेंगे या हिस्सा बनेंगे? अब मुझे नहीं पता इन दोनों में क्या अंतर है। मतलब अंतर ये है कि आप आज आए हैं, सर से पैर तक आंदोलन हूँ। और याद रखें कि जिस भी बात का ऐलान हमारे जत्थेदार बुजुर्ग करेंगे, संयुक्त किसान मोर्चा करेगा, सज्जाद नमानी उसके साथ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦੀ ਇਜਾਜ਼ਤ। ਬਹੁਤ ਬਹੁਤ ਧੰਨਵਾਦ।